ਵਾਰ ਥਾਂ-ਥਾਂ ਤੇ ਲੋਕ ਸਭਾ ਦੇ ਇਸ ਚੋਣਾਂ ਦੇ ਪ੍ਰਚਾਰ ਦੌਰਾਨ ਪੋਸਟਰਬਾਜ਼ੀ ਕਰ ਰਿਹਾ, ਤੁਸੀਂ ਵੀ ਆਪਣੇ ਅੱਖੀ ਪੜ੍ਹੇ ਹੋਣਗੇ। ਉਸ ਦੇ ਉੱਤੇ ਇੱਕ ਗੱਲ ਲਿਖੀ ਹੈ, ਇੱਕ ਮੌਕਾ ਪੰਜਾਬ ਨੂੰ ਭਾਰੀ, ਹੁਣ ਦਿਓ ਗੋਲਡੀ ਨੂੰ ਜ਼ਿੰਮੇਵਾਰੀ। ਇਸ ਨੂੰ ਕਿਵੇਂ ਦੇਖਦੇ ਹੋ ਜਦੋਂ ਪੜ੍ਹਦੇ ਹੋ? ਕਾਂਗਰਸ ਪਾਰਟੀ ਨੂੰ ਤਾਂ 70 ਸਾਲ ਲੋਕਾਂ ਨੇ ਵਾਰੀ ਦਿੱਤੀ ਹੈ। ਸਭ ਤੋਂ ਵੱਧ ਰਾਜ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤਾ। ਗੋਲਡੀ ਨੂੰ ਵਾਰੀ ਦੇ ਕੇ ਪੰਜਾਬ ਦਾ ਕੁਝ ਹੋ ਨਹੀਂ ਸਕਦਾ। ਇਹ ਜਿਹੜੇ ਕਤਲ ਹੋ ਰਹੇ ਆ ਜਾਂ ਜਿਨ੍ਹਾਂ ਨੇ ਕੀਤੇ ਆ, ਇਹ 2.5 ਮਹੀਨਿਆਂ 'ਚ ਆਮ ਆਦਮੀ ਪਾਰਟੀ ਤਾਂ ਕੋਈ ਟ੍ਰੇਨਿੰਗ ਕਰ ਲੈ ਕੇ ਨਹੀਂ ਆਈ। ਇਹ ਪਿਛਲੇ 15 ਸਾਲ ਦੀ ਉਹਨਾਂ ਪਾਰਟੀਆਂ ਦੀ ਦੇਣ ਹੈ ਜਿਹਦੇ ਵਿੱਚ ਗੋਲਡੀ ਹੋਰੀ ਵੀ ਸ਼ਾਮਲ ਹੈ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ, ਸਾਰੀਆਂ ਉਹ ਰਵਾਇਤੀ ਪਾਰਟੀਆਂ ਸ਼ਾਮਲ ਹੈ ਜਿਨ੍ਹਾਂ ਨੇ ਰਾਜ ਕੀਤਾ ਹੈ। ਇਹ ਆਮ ਆਦਮੀ ਪਾर्टी की नीत और नीति साफ हुई है। जीरो टॉलरेंस ऑन करप्शन और स्नेह दूजियां अफसरां नूं भी ये लोकां दे हितां तो जिहड़ा इग्नोर करूगा बख्शिया नहीं जाऊगा। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ, ਖਾਸ ਕਰਕੇ ਸੱਤਾ ਧਿਰ ਆਮ ਆਦਮੀ ਪਾਰਟੀ ਨੂੰ ਹਾਲੇ ਸੱਤਾ ਤੇ ਆਇਆਂ ਨੂੰ, ਕੁਰਸੀ ਤੇ ਬੈਠਿਆਂ ਨੂੰ 3 ਕੁ ਮਹੀਨੇ ਹੋਏ ਨੇ, ਪਰ ਫਿਰ ਵੀ ਮੁਕਾਬਲਾ ਸਖਤ ਮੰਨਿਆ ਜਾ ਰਿਹਾ। ਔਰ ਇਸੇ ਮੁਕਾਬਲੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ तमाम ਉਹ ਵਿਧਾਇਕ ਤੇ ਮੰਤਰੀਆਂ ਦੀਆਂ ਡਿਊਟੀਆਂ ਵੀ ਲੱਗੀਆਂ ਹੋਈਆਂ ਨੇ। ਔਰ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਨੇ ਜਗਰੂਪ ਸਿੰਘ ਗਿੱਲ, ਉਹ ਸਾਡੇ ਨਾਲ ਨੇ। ਉਹਨਾਂ ਤੋਂ ਹੀ ਜਾਣਦੇ ਆ ਕਿ ਇਸ ਚੋਣ ਦੇ ਵਿੱਚ ਕੀ ਖਾਸ ਇਹਨਾਂ ਨੂੰ ਤਜਰਬਾ ਦੇਖਣ ਨੂੰ ਮਿਲ ਰਿਹਾ। ਸਭ ਤੋਂ ਪਹਿਲਾਂ ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ABC ਪੰਜਾਬ। ਬਹੁਤ ਮਿਹਰਬਾਨੀ ABC ਪੰਜਾਬ ਦੀ ਜੀ, ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਗਿੱਲ ਸਾਹਿਬ, ਖਾਸ ਕਰਕੇ ਵਿਰੋਧੀ ਧਿਰ ਦੇ ਵਿੱਚ ਭੂਮਿਕਾ ਹੁਣ ਕਾਂਗਰਸ ਨੇ ਨਿਭਾਉਣੀ ਹੈ। 18 ਕ MLA ਉਹਨਾਂ ਕੋਲ ਨੇ, ਸਭ ਤੋਂ ਵੱਡੀ ਗਿਣਤੀ ਤੁਹਾਡੇ ਕੋਲ ਹੈ। ਉਹ ਇਸ ਵਾਰ ਥਾਂ-ਥਾਂ ਤੇ ਲੋਕ ਸਭਾ ਦੇ ਇਸ ਚੋਣਾਂ ਦੇ ਪ੍ਰਚਾਰ ਦੌਰਾਨ ਪੋਸਟਰਬਾਜ਼ੀ ਕਰ ਰਿਹਾ, ਤੁਸੀਂ ਵੀ ਆਪਣੇ ਅੱਖੀ ਪੜ੍ਹੇ ਹੋਣਗੇ। ਉਸ ਦੇ ਉੱਤੇ ਇੱਕ ਗੱਲ ਲਿਖੀ ਹੈ, ਇੱਕ ਮੌਕਾ ਪੰਜਾਬ ਨੂੰ ਭਾਰੀ, ਹੁਣ ਦਿਓ ਗੋਲਡੀ ਨੂੰ ਜ਼ਿੰਮੇਵਾਰੀ। ਇਸ ਨੂੰ ਕਿਵੇਂ ਦੇਖਦੇ ਹੋ ਜਦੋਂ ਪੜ੍ਹਦੇ ਹੋ? ਦੇਖੋ, ਕਾਂਗਰਸ 2.5 ਮਹੀਨੇ ਸਰਕਾਰ ਬਣੀ ਨੂੰ ਹੋਏ ਹੈ ਤੇ ਗੋਲਡੀ ਨੂੰ ਵਾਰੀ ਦੇਣ ਦੀ ਜਿੱਥੇ ਤਾਈਂ ਗੱਲ ਹੈ, ਕਾਂਗਰਸ ਪਾਰਟੀ ਨੂੰ ਤਾਂ 70 ਸਾਲ ਲੋਕਾਂ ਨੇ ਵਾਰੀ ਦਿੱਤੀ ਹੈ। ਸਭ ਤੋਂ ਵੱਧ ਰਾਜ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤਾ। ਗੋਲਡੀ ਨੂੰ ਵਾਰੀ ਦੇ ਕੇ ਪੰਜਾਬ ਦਾ ਕੁਝ ਹੋ ਨਹੀਂ ਸਕਦਾ, ਕੋਈ ਭਲਾ ਨਹੀਂ ਹੋ ਸਕਦਾ। ਫਿਰ ਉਹ ਇਹ ਕਿਉਂ ਵਾਰ-ਵਾਰ ਗੱਲ ਕਹਿੰਦੇ ਆ ਕਿ ਜੇ ਆਮ ਆਦਮੀ ਪਾਰਟੀ ਨੂੰ ਵਾਰੀ ਦਿੱਤੀ ਹੈ, ਪੰਜਾਬ ਤੇ ਭਾਰੀ ਪੈ ਗਈ ਹੈ? ਉਹ ਲੰਮੀ ਕਤਲਾਂ ਦੀ ਲਿਸਟ, ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ ਕਿ ਜਮਾਂ ਤਬਾਹ ਕਰਕੇ ਰੱਖ ਦਿੱਤਾ ਜਦੋਂ ਦੀ ਸਰਕਾਰ ਸੱਤਾ 'ਚ ਆਈ ਹੈ। ਦੇਖੋ, ਕੋਈ ਜਿਹੜੇ ਲਾਅ ਐਂਡ ਆਰਡਰ ਹੈ, ਇਹ ਸਾਰੇ ਵਰਲਡ ਦੇ ਵਿੱਚ ਵਾਇਲੈਂਸ ਹੈਗੀ, ਇੰਡੀਆ ਦੇ ਵਿੱਚ ਵੀ ਵਾਇਲੈਂਸ ਹੈ, ਇਹ ਹੁੰਦੀ ਰਹਿੰਦੀ ਹੈ ਔਰ ਚੱਲਦੀ ਰਹਿੰਦੀ ਹੈ। ਟਾਰਗੇਟਡ ਕਿਲਿੰਗ, ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਵੀ ਇੱਥੇ ਕਤਲਾਂ ਦੀ ਗੱਲ ਹੈ, ਇਹ ਜਿਹੜੇ ਕਤਲ ਹੋ ਰਹੇ ਆ ਜਾਂ ਜਿਨ੍ਹਾਂ ਨੇ ਕੀਤੇ ਹੈ, ਇਹ 2.5 ਮਹੀਨਿਆਂ 'ਚ ਆਮ ਆਦਮੀ ਪਾਰਟੀ ਤਾਂ ਕੋਈ ਟ੍ਰੇਨਿੰਗ ਕਰ ਲੈ ਕੇ ਨਹੀਂ ਆਈ। ਇਹ ਪਿਛਲੇ 15 ਸਾਲ ਦੀ ਉਹਨਾਂ ਪਾਰਟੀਆਂ ਦੀ ਦੇਣ ਹੈ ਜਿਹਦੇ ਵਿੱਚ ਗੋਲਡੀ ਹੋਰੀ ਵੀ ਸ਼ਾਮਲ ਹੈ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ, ਸਾਰੀਆਂ ਉਹ ਰਵਾਇਤੀ ਪਾਰਟੀਆਂ ਸ਼ਾਮਲ ਹੈ ਜਿਨ੍ਹਾਂ ਨੇ ਰਾਜ ਕੀਤਾ। ਉਹਨਾਂ ਨੇ ਇਹਨਾਂ ਲੋਕਾਂ ਨੂੰ ਪੈਦਾ ਕੀਤਾ ਆਪਦੇ ਸੌੜੇ ਹਿੱਤਾਂ ਵਾਸਤੇ, ਇਹਨਾਂ ਨੂੰ ਵਰਤਿਆ। ਇਮੋਸ਼ਨਲ ਨੌਜਵਾਨ ਸੀ। ਸਾਡੀ ਪਾਰਟੀ ਤਾਂ ਉਹਨਾਂ ਨੂੰ ਸਹੀ ਦਿਸ਼ਾ ਦੇ ਕੇ, ਸਮਝਾ ਬੁਝਾ ਕੇ, ਜਿਹੜੀ ਮੇਨ ਸਟਰੀਮ ਹੈ ਉਸ 'ਚ ਲਿਆ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਮੁੱਦੇ ਬਹੁਤ ਹੁੰਦੇ ਆ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਸੀ ਕਿ ਪਹਿਲ ਦੇ ਆਧਾਰ ਤੇ ਜੇ ਕੋਈ ਕੰਮ ਕਰਨ ਵਾਲਾ ਬਣਦਾ, ਸਿੱਖਿਆ ਤੇ ਸਿਹਤ ਹੋਣੀ ਚਾਹੀਦੀ ਹੈ। ਔਰ ਪਹਿਲੇ ਹੱਲੇ ਹੀ ਸਿਹਤ ਮੰਤਰੀ ਦੀ ਐਸੀ ਗੱਲ ਸਾਹਮਣੇ ਆ ਗਈ ਕਿ ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਕਰਨਾ ਪੈ ਗਿਆ। ਇਹ ਵੱਡੇ ਚੈਲੰਜ ਨਹੀਂ ਬਣ ਜਾਂਦੇ ਜਦੋਂ ਸਰਕਾਰ ਚਲਾਉਣੀ ਹੁੰਦੀ ਹੈ? ਇਹ ਚੈਲੰਜ ਨਹੀਂ, ਇਹ ਆਮ ਆਦਮੀ ਪਾਰਟੀ ਦੀ ਨੀਤ ਔਰ ਨੀਤੀ ਸਾਫ ਹੋਈ ਹੈ। ਉਹਨਾਂ ਨੇ ਜੇ ਕਿਹਾ ਸੀ ਅਸੀਂ ਸਿਹਤ ਵਾਸਤੇ, ਸਾਡੇ ਪ੍ਰਿੰਸੀਪਲ ਸਾਫ ਨੇ, ਅਸੀਂ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਾਂ। ਜੇ ਸਿਹਤ ਦੇ ਮੰਤਰਾਲੇ 'ਚ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਖਿਲਵਾੜ ਹੋਇਆ ਤੇ ਉਹਨਾਂ ਨੇ ਦੂਜਿਆਂ ਨੂੰ ਨਹੀਂ, ਆਪਦੇ ਮੰਤਰੀ ਨੂੰ ਨਹੀਂ ਬਖਸ਼ਿਆ। ਇੱਕ ਬੜੀ ਸਪਸ਼ਟ जीरो टॉलरेंस ऑन करप्शन और स्नेह दूजियां अफसरां नूं भी ये लोकां दे हितां तो जिहड़ा इग्नोर करूगा बख्शिया नहीं जाऊगा। ਇੱਕ ਇਹ ਤੁਸੀਂ ਚੰਗਾ ਸੁਨੇਹਾ ਦਿੱਤਾ ਕਿ ਪਹਿਲ ਕਦਮੀ ਆਪਣੀ ਮੰਤਰੀ ਤੋਂ ਕਰ ਦਿੱਤੀ ਜਿਸ ਨੇ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਲੰਮੀ ਲਿਸਟ ਕਾਂਗਰਸ ਦੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਹੈ। ਲਗਾਤਾਰ ਗ੍ਰਿਫਤਾਰੀਆਂ ਔਰ ਵਿਜੀਲੈਂਸ ਦੀ ਜਾਂਚ ਹੈ ਜਿਹੜੀ ਉਹ ਇੱਕ ਇੱਕ ਕਰਕੇ ਹੋ ਰਹੀ ਹੈ। ਇਸ ਨੂੰ ਤੁਹਾਡੇ ਵਿਰੋਧੀ ਜਿਨ੍ਹਾਂ ਤੇ ਜਾਂਚ ਹੋ ਰਹੀ ਹੈ, ਉਹ ਮੁੱਖ ਮੰਤਰੀ ਦੇ ਦਫ਼ਤਰ ਜਾਂਦੇ ਨੇ ਔਰ ਇਲਜ਼ਾਮ ਲਾਉਂਦੇ ਨੇ ਕਿ ਸਾਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਮੁੱਖ ਮੰਤਰੀ ਦੇ ਦਫ਼ਤਰ ਜਾ ਕੇ। ਇਹ ਕਾਰਵਾਈਆਂ ਗਲਤ ਹੋ ਰਹੀਆਂ, ਪੋਲੀਟੀਕਲ ਵੈਂਡੇਟਾ ਹੈ, ਇਹ ਸਿਆਸੀ ਬਦਲਾਖੋਰੀ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਫਿਰ ਤੁਹਾਡੇ ਤੇ ਸਵਾਲ ਚੁੱਕ ਲੈਂਦੇ ਆ। ਦੇਖੋ, ਦੋ ਗੱਲਾਂ। ਜਿੱਥੋਂ ਤੱਕ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਹੈ, ਜਿਹੜੀਆਂ ਧਿਰਾਂ ਮਿਲਣ ਗਈਆਂ ਸੀ
ਉਹ ਖੁਦ ਰਾਜ ਪ੍ਰਬੰਧ ਕਰਦੀਆਂ ਰਹੀਆਂ ਨੇ। ਉਹਨਾਂ ਨੂੰ ਪਤਾ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਤਾਂ ਕਿ ਉਹ ਆਪਦੇ ਰੁਝੇਵੇਂ ਛੱਡ ਕੇ ਉਹਨਾਂ ਨੂੰ ਮਿਲ ਸਕੇ। ਉਹਨਾਂ ਨੇ ਮੁੱਖ ਮੰਤਰੀ ਜੀ ਤੋਂ ਟਾਈਮ ਕੋਈ ਨਹੀਂ ਸੀ ਲਿਆ, ਉਹਦੇ ਬਾਵਜੂਦ ਵੀ ਮੁੱਖ ਮੰਤਰੀ ਜੀ ਮਿਲੇ। ਉਹਨਾਂ ਨੇ ਪ੍ਰੋਟੋਕੋਲ ਨੂੰ ਤੋੜ ਕੇ ਉੱਥੇ ਅੰਦਰ ਧਰਨਾ ਦੇਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਉਹਨਾਂ ਦੇ ਪਾਰਟ ਦੇ ਉੱਤੇ ਬਹੁਤ ਵੱਡੀ ਗਲਤ ਗੱਲ ਸੀ। ਪੋਲੀਟੀਕਲੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸੇ ਵੀ ਰਾਜਸੀ ਧਿਰ ਨੂੰ। ਜਿੱਥੋਂ ਤੱਕ ਉਹ ਰੌਲਾ ਪਾਉਂਦੇ ਆ ਕਿ ਸਾਡੇ ਬੰਦਿਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ, ਆਮ ਆਦਮੀ ਪਾਰਟੀ ਦੀ ਨਾ ਕਿਸੇ ਨਾਲ ਇਸ ਸੰਬੰਧ 'ਚ ਮਿੱਤਰਤਾ ਹੈ ਨਾ ਦੁਸ਼ਮਣੀ ਹੈ। ਸਰਕਾਰ ਬਣਨ ਤੋਂ ਪਹਿਲਾਂ ਤੇ ਬਾਅਦ ਵੀ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਆ ਸ਼੍ਰੀ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ ਕਲੀਅਰ ਸੁਨੇਹਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਵਿੱਚ ਕੋਈ ਵੀ ਬਰਦਾਸ਼ਤ ਨਹੀਂ ਕਰਦੇ, ਔਰ ਉਸ ਦੇ ਤਹਿਤ ਜਿਹੜੇ ਵੀ ਉਹਨਾਂ ਦੇ ਸਾਹਮਣੇ ਕੋਈ ਕੇਸ ਆਉਂਦੇ ਨੇ ਉਹਨਾਂ ਦੀ ਪੜਤਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਪੜਤਾਲ ਨਹੀਂ ਕਰਨਗੇ ਤਾਂ ਉਹਨਾਂ 'ਤੇ ਇਲਜ਼ਾਮ ਲੱਗਣਗੇ ਕਿ ਉਹਨਾਂ ਦੇ ਸਾਹਮਣੇ ਲੋਕਾਂ ਨੇ ਮਸਲੇ ਰੱਖੇ ਕਿ ਇੱਥੇ ਭ੍ਰਿਸ਼ਟਾਚਾਰ ਹੋਇਆ, ਪਰ ਆਮ ਆਦਮੀ ਪਾਰਟੀ ਨੇ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਨਾਲ ਰਲੀ ਹੋਈ ਹੈ। ਇਸ ਕਰਕੇ ਬੜਾ ਲੋਕਾਂ ਨੇ ਜੋ ਦਿਆਨਤਦਾਰੀ ਦੇ ਨਾਲ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ, ਸਾਡੇ ਮੁੱਖ ਮੰਤਰੀ ਜੀ ਇਸ ਗੱਲ ਬਾਰੇ ਬੜੇ ਕਲੀਅਰ ਹੈ। ਉਸੇ ਦਿਆਨਤਦਾਰੀ ਨਾਲ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਹਰ ਭ੍ਰਿਸ਼ਟ ਵਿਅਕਤੀ ਦੇ ਖਿਲਾਫ ਕਾਰਵਾਈ ਕਰ ਰਹੇ ਆ। ਵਿਧਾਨ ਸਭਾ ਦੇ ਉਸ ਕੁਰਸੀ ਤੇ ਕਾਬਜ਼ ਹੋਣ ਤੋਂ ਬਾਅਦ, ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਔਰ ਉਹਨਾਂ ਵਿੱਚੋਂ ਤੁਸੀਂ ਵੀ ਇੱਕੋਂ ਵਿਧਾਇਕ, ਜਦੋਂ ਲੋਕਾਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਤਾਂ ਉਹ ਸੰਗਰੂਰ ਸੀਟ ਮਿਲ ਗਈ। ਕੁਦਰਤੀ ਇੱਥੇ ਜਿਮਣੀ ਚੋਣ ਸੀ। ਜਦੋਂ ਲੋਕਾਂ 'ਚ ਜਾ ਰਹੇ ਹੋ ਤਾਂ ਕਿਹੜੀ ਸਭ ਤੋਂ ਪ੍ਰਾਪਤੀ ਗਿਣਾਉਂਦੇ ਹੋ ਕਿ ਅਸੀਂ 3 ਮਹੀਨਿਆਂ ਦੇ ਵਿੱਚ ਆਹ ਕੁਝ ਕੀਤਾ? ਦੇਖੋ, ਸਭ ਤੋਂ ਵੱਡੀ ਗੱਲ ਸੀ ਕਿ ਪਿਛਲੀਆਂ 15 ਸਾਲ ਜਾਂ ਉਦੋਂ ਵੀ ਪਹਿਲਾਂ ਦੀਆਂ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਸੀ, ਭਾਵੇਂ ਪੁਲਿਸ ਸੀ ਭਾਵੇਂ ਦੂਜਾ ਪ੍ਰਸ਼ਾਸਨ ਸੀ, ਉਹਨਾਂ ਨੂੰ ਆਪ ਕਬਜ਼ੇ ਕਰਨ ਵਾਸਤੇ ਵਰਤਦੇ ਸੀ। ਜੇ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਹੋਏ ਤਾਂ ਜਿਹੜੀ ਪੁਲਿਸ ਸੀ, ਪ੍ਰਸ਼ਾਸਨ, ਉਹ ਰੋਕਦਾ ਨਹੀਂ ਸੀ, ਕਬਜ਼ੇ ਕਰਨ 'ਚ ਮਦਦ ਕਰਦਾ ਸੀ। 2.5 ਮਹੀਨਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5100 ਏਕੜ ਜ਼ਮੀਨ ਤੋਂ ਕਬਜ਼ਾ ਛੁਡਾਇਆ, ਉਸੇ ਪੁਲਿਸ ਨਾਲ ਛੁਡਾਇਆ ਜਿਹਨੇ ਕਬਜ਼ੇ ਕਰਵਾਏ ਸੀ। ਸਭ ਤੋਂ ਵੱਡੀ ਪ੍ਰਾਪਤੀ ਹੈ। ਜ਼ੀਰੋ ਟਾਲਰੈਂਸ ਔਨ ਕਰਪਸ਼ਨ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਦਫ਼ਤਰਾਂ ਦੇ ਵਿੱਚ ਕੰਮਕਾਜ ਹੈ ਸੁਚਾਰੂ ਰੂਪ ਨਾਲ ਹੋਣੇ ਸ਼ੁਰੂ ਹੋਏ ਹੈ। ਔਰ ਜਿੱਥੋਂ ਤੱਕ ਤੁਸੀਂ ਹੈਲਥ ਦੀਆਂ, ਐਜੂਕੇਸ਼ਨ ਦੀਆਂ ਨੀਤੀਆਂ ਕਹਿੰਦੇ ਹੋ, ਕਿਸੇ ਚੀਜ਼ ਨੂੰ ਇੱਕ ਦਿਨ ਦੇ ਵਿੱਚ ਨਹੀਂ ਖਤਮ ਕੀਤਾ ਜਾ ਸਕਦਾ, ਇਸ ਦੇ ਲਈ ਸਮਾਂ ਚਾਹੀਦਾ ਔਰ ਆਮ ਆਦਮੀ ਪਾਰਟੀ ਉਸ 'ਤੇ ਲੱਗੀ ਹੋਈ ਹੈ। ਮਾਈਨਿੰਗ ਦੇ ਵਿੱਚ ਜਿਹੜੇ ਉਹਨਾਂ ਨੇ ਬਹੁਤ ਵੱਡੀ ਰੋਕ ਲਾਈ ਹੈ, ਸ਼ਰਾਬ ਦੇ ਵੀ ਜਿਹੜੀ ਪਾਲਿਸੀ ਬਣਾਈ ਹੈ, 3400 ਕਰੋੜ ਰੁਪਏ ਦਾ ਇਜ਼ਾਫਾ ਆਮਦਨ ਛੋਣ ਵਾਲਾ ਹੈ। ਔਰ ਜਿਹੜੀ ਸ਼ਰਾਬ ਸਸਤੀ ਹੋਈ ਹੈ, ਨਹੀਂ ਦੂਜੇ ਸੂਬਿਆਂ ਤੋਂ ਜਿਹੜੀ ਸਸਤੀ ਸ਼ਰਾਬ ਸੀ ਸਾਡੇ ਆ ਕੇ ਐਕਸਾਈਜ਼ ਵਿਭਾਗ ਦਾ ਖਜ਼ਾਨਾ ਸੀ, ਉਸ ਨੂੰ ਖਾ ਜਾਂਦੀ ਸੀ। ਜਦੋਂ ਇਹ ਸਾਰੇ ਕੰਮ ਹੋ ਰਹੇ ਹੁੰਦੇ ਆ, ਸਭ ਤੋਂ ਵੱਡੀ ਪ੍ਰਾਪਤੀ ਪਹਿਲੀ ਤੁਸੀਂ ਗਿਣਾਈ ਕਿ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਸੀ ਨਜਾਇਜ਼ ਅਸੀਂ ਛਡਾਏ। ਫਿਰ ਪੰਚਾਇਤ ਮੰਤਰੀ ਨੂੰ ਹੀ ਕੋਰਟ ਨੇ ਤਲਬ ਕਰ ਲਿਆ, ਖਰੜ ਕੋਰਟ ਨੇ ਬੁਲਾ ਲਿਆ ਪੇਸ਼ੀ ਦੇ ਲਈ। ਦੇਖੋ, ਜਿੱਥੇ ਕਈ ਵਾਰੀ ਕੀ ਹੁੰਦਾ ਕਿ ਜ਼ਮੀਨ ਤੇ ਕਬਜ਼ਾ ਹੋਇਆ ਹੁੰਦਾ, ਕੋਰਟਾਂ ਦਾ ਇੱਕ ਆਪਣਾ ਕੰਮ ਹੈ। ਹਿੰਦੁਸਤਾਨ ਦੇ ਵਿੱਚ ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ਰੀ ਤੇ ਪ੍ਰੈਸ 4 ਥੰਮ ਨੇ। ਜੁਡੀਸ਼ਰੀ ਨੇ ਆਪਦਾ ਕੰਮ ਕਰਨਾ ਹੈ। ਜਦੋਂ ਕਿਸੇ ਧਿਰ ਨੇ ਉਸ ਦੇ ਖਿਲਾਫ ਸਟੇ ਲਈ ਹੋਊਗੀ, ਉਦੋਂ ਪੰਚਾਇਤ ਮੰਤਰੀ ਉਹਦੇ 'ਚ ਕੋਈ ਪਾਰਟੀ ਨਹੀਂ ਸੀ। ਕਈ ਵਾਰੀ ਇਗਨੋਰੈਂਸ ਦੇ ਵਿੱਚ, ਕਿਉਂਕਿ ਕਬਜ਼ਾ ਸੀ ਜ਼ਮੀਨ ਤੇ, ਉਹਨਾਂ ਨੇ ਛੁਡਾ ਲਿਆ, ਉਸ ਦਾ ਸਟੇ ਹੋਇਆ ਸੀ। ਇਹ ਕੋਰਟ ਨੇ ਤਲਬ ਕਰ ਲਿਆ, ਜਿਹੜੇ ਤੱਥ ਹੈ ਸਾਡੇ ਜਿਹੜੇ ਸਰਕਾਰੀ ਵਕੀਲ ਹੈ ਜਾਂ ਜਿਹੜੇ ਵਕੀਲ ਪੇਸ਼ ਹੋਣਗੇ ਦੱਸ ਦੇਣਗੇ, ਔਰ ਉਸ ਦੀ ਜਿਹੜੀ ਸਾਡੇ ਪੰਚਾਇਤ ਮੰਤਰੀ ਦੀ ਉਸ 'ਚ ਕੋਈ ਮਾਲਾਫਾਈਡ ਇੰਟੈਂਸ਼ਨ ਨਹੀਂ ਸੀ। ਉਹਨਾਂ ਨੇ ਪੰਜਾਬ ਦੇ ਗੁੱਡ ਫੇਜ਼ ਭਲੇ ਲਈ ਕੰਮ ਕੀਤਾ। ਲੋਕ ਜਿਹੜੇ ਆਸਬੰਦ ਬਹੁਤ ਸੀ, ਉਹ ਸਮਝਦੇ ਸੀ ਕਿ ਅਗਰ ਭਗਵੰਤ ਮਾਨ ਸਹੁੰ ਚੱਕਦਾ, ਅਗਲੇ ਦਿਨ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇ, ਜਿਹੜਾ ਮੁਮਕਿਨ ਨਹੀਂ ਹੁੰਦਾ, ਮੁਸ਼ਕਿਲ ਹੁੰਦਾ। ਦੂਜੀ ਗੱਲ ਇਹ ਹੈ ਕਿ ਕਿਸੇ ਵੀ ਦਾ ਵਿਰੋਧ ਕਰਾਉਣ ਦੇ ਲਈ ਪੇਡ ਬੰਦੇ ਭੇਜੇ ਜਾਂਦੇ ਆ ਕਈ ਵਾਰ ਮੈਂ ਸਾਰੇ ਨਹੀਂ ਕਹਿੰਦਾ, ਹੋ ਸਕਦਾ ਮਜ਼ਦੂਰਾਂ। ਤੀਜਾ ਜਿਹੜਾ ਇਸ ਚੋਣ ਪ੍ਰਚਾਰ ਦੌਰਾਨ ਤੁਹਾਨੂੰ ਲੱਗਦਾ ਹੈ ਕਿ ਭੇਜੇ ਗਏ ਬੰਦੇ? ਤੀਜਾ ਪੱਖ ਇਹ ਹੈ ਕਿ ਕਿਸੇ ਦੀਆਂ ਜੈਨੂਇਨ ਸਮੱਸਿਆਵਾਂ ਹੁੰਦੀਆਂ ਨੇ। ਮੈਨੂੰ ਪਤਾ ਨਹੀਂ ਲੌਂਗੋਵਾਲ ਕੀ ਹੋਇਆ, ਹੋ ਸਕਦਾ ਉਹਨਾਂ ਮਜ਼ਦੂਰਾਂ ਦੀਆਂ ਜੈਨੂਇਨ ਸਮੱਸਿਆਵਾਂ ਹੋਣ। ਜਿਹੜਾ ਮੁੱਖ ਮੰਤਰੀ ਆ ਉਹ ਟੂਰ ਕਰ ਰਿਹਾ, ਕਈ ਵਾਰੀ ਸਮੇਂ ਦੇ ਉੱਤੇ ਉਸ ਨੂੰ ਉਹ ਸਮਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਸੈਟੀਸਫਾਈ ਕਰਾ ਸਕੇ। ਸਾਨੂੰ ਹਦਾਇਤਾਂ ਨੇ ਕਿ ਅਗਰ ਕਿਸੇ ਇਲਾਕੇ ਦੀਆਂ ਸਮੱਸਿਆਵਾਂ, ਉੱਥੋਂ ਦਾ ਜਿਹੜਾ ਲੋਕਲ ਐਮਐਲਏ ਹੈ ਉਹ ਉਹਨਾਂ ਸਾਥੀਆਂ ਨਾਲ, ਭਾਵੇਂ ਉਹਨਾਂ ਨੇ ਨਾਅਰੇ ਲਾਏ ਵੀ ਹੈ, ਵਿਰੋਧ ਕੀਤਾ, ਉਹਨਾਂ ਨਾਲ ਜਾ ਕੇ ਸੰਪਰਕ ਕਰੇ ਅਤੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ। ਕੋਈ ਖਾਸ ਗੱਲ ਨਹੀਂ, ਲੋਕ ਸਾਡੇ ਆ, ਇੰਨੇ ਲੋਕਾਂ ਨੇ ਬਣਾਇਆ ਜਿਨ੍ਹਾਂ ਨੇ ਜਿੰਦਾਬਾਦ ਦੇ ਨਾਅਰੇ ਲਾਏ ਸੀ।
ਜੋ ਆਸ ਕਰਦੇ ਆ ਕਦੇ ਨਾਰੇ ਉਲਟ ਵੀ ਲਾਉਣ ਲੱਗ ਜਾਂਦੇ। ਤੁਹਾਡੇ ਜੇ ਧਿਆਨ 'ਚ ਨਹੀਂ ਤਾਂ ਮਜ਼ਦੂਰਾਂ ਦੀ ਮੰਗ ਇਹ ਸੀ ਕਿ ਜੇਕਰ 1500 ਪ੍ਰਤੀ ਏਕੜ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ ਦਿੱਤਾ ਜਾ ਰਿਹਾ ਤੇ ਝੋਨੇ ਦੀ ਲਵਾਈ ਤੋਂ ਅਸੀਂ ਵਾਂਝੇ ਹੋ ਜਾਾਂਗੇ, ਸਾਡੇ ਕੋਲ ਕੰਮ ਧੰਦਾ ਹੈ ਨਹੀਂ, ਹੋਰ ਨਰੇਗਾ ਦੀ ਸਕੀਮ ਵਿੱਚ ਵੀ 100 ਦਿਨ ਕੰਮ ਨਹੀਂ ਮਿਲਦਾ, ਸਾਡਾ ਵੀ ਕੋਈ ਪ੍ਰਬੰਧ ਕੀਤਾ ਜਾਵੇ, ਸਾਨੂੰ ਵੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਜ਼ਦੂਰੀ ਮਿਲਣੀ ਚਾਹੀਦੀ ਹੈ। ਦੇਖੋ ਜਿਹੜੀ ਜਿੱਥੋਂ ਤੱਕ ਸਵਾਲ ਹੁੰਦਾ ਹੈ, ਜ਼ਮਾਨਾ ਸੀ ਅਸੀਂ ਛਿੱਟਾ ਦੇ ਕੇ ਕਣਕ ਬੀਜ ਦਿੰਦੇ ਸੀ ਲੱਕੜ ਦੇ ਹਲਾਂ ਨਾਲ। ਸਮਾਂ ਬਦਲ ਗਿਆ, ਟਰੈਕਟਰ ਆ ਗਏ, ਫਿਰ ਸਮਾਂ ਬਦਲਿਆ, ਕੰਬਾਈਨਾਂ ਆ ਗਈਆਂ, ਅਸੀਂ ਗਾਹ ਗਾਉਂਦੇ ਰਹੇ। ਸਮੇਂ ਨੇ ਬਦਲਣਾ, ਪੰਜਾਬ ਦਾ ਪਾਣੀ ਖਤਮ ਹੁੰਦਾ ਜਾ ਰਿਹਾ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ, ਪੰਜਾਬ ਦੇ ਵਿੱਚ ਕੰਮ ਨਹੀਂ ਖਤਮ ਹੁੰਦਾ। ਕੰਮ ਤਾਂ ਜੇ ਕੰਮ ਖਤਮ ਹੋ ਜਾਏ ਫਿਰ ਬਾਹਰ ਦੀਆਂ ਸਟੇਟਾਂ 'ਚੋਂ ਮਜ਼ਦੂਰ ਸਾਡੀ ਸਟੇਟ 'ਚ ਕਿਉਂ ਆ? ਕੰਮ ਬਹੁਤ ਹੈ। ਕੰਮ ਦਾ ਜਿਹੜਾ ਪੱਖ ਬਦਲ ਜਾਂਦਾ ਕਿ ਕੰਮ ਹੋਰ ਕਿਹੜਾ ਮਿਲ ਲੱਗੂਗਾ। ਜਿੱਥੋਂ ਤੱਕ ਸਵਾਲ ਡਾਇਰੈਕਟ ਬਿਜਾਈ ਦਾ, ਸਾਡੇ ਜੇ ਪਾਣੀ ਖਤਮ ਹੋ ਗਿਆ ਤੇ ਫਿਰ ਇੱਥੇ ਬੀਜਣ ਨੂੰ ਕੁਝ ਨਹੀਂ ਮਿਲਣਾ, ਫਿਰ ਉਹ ਕੀ ਕਰਨਗੇ? ਸਾਨੂੰ ਸਾਡੇ ਕੁਦਰਤੀ ਸੋਮੇ ਨੂੰ ਬਚਾਉਣ ਦੀ ਲੋੜ ਹੈ। ਉਹ ਕਹਿੰਦੇ ਸਾਨੂੰ ਸਿੱਧੀ ਬਿਜਾਈ ਤੋਂ ਕੋਈ ਇਤਰਾਜ਼ ਨਹੀਂ, ਪਰ ਸਾਡਾ ਵੀ ਰੁਜ਼ਗਾਰ ਦਾ ਪ੍ਰਬੰਧ ਹੋਣਾ ਚਾਹੀਦਾ ਪੰਜਾਬ ਦੇ ਅੰਦਰ। ਜਦੋਂ ਇੱਕ ਚੀਜ਼ ਖਤਮ ਹੁੰਦੀ ਹੈ, ਦੂਜਾ ਪ੍ਰਬੰਧ ਆਪਣੇ ਆਪ ਨਹੀਂ ਹੁੰਦਾ। ਜਦੋਂ ਝੋਨਾ ਇਸ ਇਲਾਕੇ 'ਚ ਨਹੀਂ ਲੱਗਦਾ ਸੀ, ਉਦੋਂ ਮਜ਼ਦੂਰ ਕੀ ਕਰਦੇ ਸੀ ਜਾਂ ਕਿਸਾਨ ਕੀ ਕਰਦੇ ਸੀ? ਤੁਹਾਡੇ ਹਿਸਾਬ ਨਾਲ ਹੁਣ ਕੀ ਕਰਨਾ ਚਾਹੀਦਾ ਮਜ਼ਦੂਰਾਂ ਨੂੰ? ਨਵੇਂ ਹੱਲ ਨਿਕਲਣਗੇ। ਮੈਂ ਤਾਂ ਕਿਉਂਕਿ ਮੈਂ ਪਾਲਿਸੀ ਤੇ ਨਹੀਂ ਬੋਲ ਸਕਦਾ, ਨਿਕਲਣਗੇ ਨਵੇਂ ਹੱਲ ਨਿਕਲਣਗੇ। ਪਿੱਛੇ ਕੋਈ ਇੰਡਸਟਰੀ ਆਵੇ, ਇੱਥੇ ਡਾਇਵਰਸੀਫਿਕੇਸ਼ਨ ਦੇ ਵਿੱਚ ਕੋਈ ਨਵੇਂ ਸਿਸਟਮ ਆਉਣ, ਨਿਕਲਣਗੇ। ਇੱਕ ਮੇਰਾ ਆਖਰੀ ਸਵਾਲ ਹੈ, ਗੱਲਾਂ ਹੋਰ ਵੀ ਬਹੁਤ ਨੇ, ਮੁੱਦੇ ਹੋਰ ਵੀ ਬਹੁਤ ਨੇ। ਪੀਯੂ ਦਾ ਮਸਲਾ ਤੁਹਾਡੇ ਧਿਆਨ 'ਚ ਵੀ ਹੋਣਾ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਦੇ ਖਿਲਾਫ ਲੋਕ ਸੜਕਾਂ 'ਤੇ ਉਤਰਨ ਲੱਗੇ ਨੇ। ਵਿਦਿਆਰਥੀਆਂ ਨੇ ਇਸੇ ਸੰਗਰੂਰ ਦੇ ਅੰਦਰ ਇੱਕ ਰੋਸ ਮਾਰਚ ਵੀ ਕਰਨਾ ਹੈ, ਔਰ ਉਹ ਕਹਿੰਦੇ ਕਿ ਰੋਸ ਮਾਰਚ ਸਾਡਾ ਸਾਰੀਆਂ ਉਹਨਾਂ ਸਿਆਸੀ ਪਾਰਟੀਆਂ ਦੇ ਖਿਲਾਫ ਹੈ ਜਿਹੜੀਆਂ ਸਾਡੇ ਨਾਲ ਨਹੀਂ ਖੜਨਗੀਆਂ। ਤੁਹਾਡੇ ਹਿਸਾਬ ਨਾਲ ਪੀਯੂ ਦਾ ਕੇਂਦਰੀਕਰਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਇਸ ਦੇ ਉੱਤੇ ਕੀ ਰਾਏ ਹੈ? ਮੇਰੀ ਜਾਤੀ ਰਾਏ ਨਹੀਂ ਹੋਣਾ ਚਾਹੀਦਾ। ਮੈਂ ਪੰਜਾਬੀ ਹਾਂ, ਪੰਜਾਬ ਦੀ ਯੂਨੀਵਰਸਿਟੀ ਸੀ, ਕਿਸੇ ਸਮੇਂ ਲਾਹੌਰ ਦੇ ਵਿੱਚ ਸੀ, ਸ਼ਿਮਲੇ ਆਈ, ਉਸ ਦਾ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ, ਪੰਜਾਬ ਦੇ ਅਧੀਨ ਰਹਿਣੀ ਚਾਹੀਦੀ ਹੈ। ਜੇ ਉਹਦਾ ਕੇਂਦਰੀਕਰਨ ਹੋ ਜਾਏਗਾ, ਉਸ ਦੇ ਵਿੱਚ ਸਾਡੀ ਪੰਜਾਬੀ ਲੈਂਗੁਏਜ ਨੂੰ ਬੜੀ ਵੱਡੀ ਢਾਲ ਲੱਗੇਗੀ। ਪਰ ਜਿੱਥੋਂ ਤੱਕ ਸਾਡੀ ਪਾਰਟੀ ਜਾਂ ਸਰਕਾਰ ਦਾ, ਕਿਉਂਕਿ ਪਾਲਿਸੀ ਮੈਟਰ ਹੈ, ਮੈਂ ਇਸ ਦੇ ਉੱਤੇ ਕੋਈ ਜਵਾਬ ਨਹੀਂ ਦੇ ਸਕਦਾ। ਸਾਡੇ ਮੁੱਖ ਮੰਤਰੀ ਦੇ ਸਕਦੇ ਨੇ ਜਾਂ ਸਾਡੇ ਪਾਰਟੀ ਦੇ ਪ੍ਰਧਾਨ। ਇਸੇ ਗੱਲ ਦਾ ਵਿਦਿਆਰਥੀਆਂ ਨੂੰ ਗਿਲਾ ਹੈ ਕਿ ਮੁੱਖ ਮੰਤਰੀ ਹਾਲੇ ਤੱਕ ਇਸ ਵਿਸ਼ੇ ਤੇ ਬੋਲੇ ਹੀ ਨਹੀਂ, ਨਾ ਇੱਧਰ ਖੜੇ ਨਾ ਉੱਧਰ। ਸਿੱਖਿਆ ਮੰਤਰੀ ਵੀ ਮਜਬੂਰੀ 'ਚ ਬਿਆਨ ਦਿੰਦੇ ਨੇ ਕਿ ਅਸੀਂ ਨਹੀਂ ਜਾਣ ਦਿਆਂਗੇ ਯੂਨੀਵਰਸਿਟੀ। ਨੀਤੀ ਦੇ ਮਸਲੇ ਤੇ ਮੈਂ ਕੋਈ ਕੁਝ ਕਹਿ ਨਹੀਂ ਸਕਦਾ, ਮੈਂ ਬਹੁਤ ਛੋਟਾ ਵਰਕਰ ਹਾਂ। ਨਹੀਂ, ਤੁਸੀਂ ਵਿਧਾਇਕ ਚੁਣੇ ਗਏ ਹੋ। ਬੇਸ਼ੱਕ ਮੈਂ ਵਿਧਾਇਕ ਵੀ ਹਾਂ, ਨੀਤੀ ਦੇ ਮਸਲੇ ਦੇ ਉੱਤੇ ਪਾਰਟੀ ਜਾਂ ਪੰਜਾਬ ਦਾ ਮੁੱਖ ਮੰਤਰੀ। ਤੁਸੀਂ ਸਾਡੇ ਨਾਲ ਚਰਚਾ ਕੀਤੀ ਹੈ ਜੀ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਮਿਹਰਬਾਨੀ, ਤੁਸੀਂ ਮੈਨੂੰ ਮੌਕਾ ਦਿੱਤਾ ਜੀ। ਤਾਂ ਇਸ ਸਨ ਸਾਡੇ ਨਾਲ ਵਿਧਾਇਕ ਜਗਰੂਪ ਸਿੰਘ ਗਿੱਲ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਔਰ ਨੀਤੀ ਕੀ ਹੋਣੀ ਚਾਹੀਦੀ ਹੈ ਇਸ ਦੇ ਉੱਤੇ ਉਹਨਾਂ ਨੇ ਆਪਣੀ ਰਾਏ ਖੁੱਲ੍ਹ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਪ੍ਰਾਪਤੀਆਂ ਕੀਤੀਆਂ ਨੇ ਉਹ ਪਿਛਲੀਆਂ ਸਰਕਾਰਾਂ ਜਿੰਨੇ ਸਮਾਂ ਵੀ ਸੱਤਾ ਵਿੱਚ ਰਹੀਆਂ ਉਹਨਾਂ ਤੋਂ ਨਹੀਂ ਹੋ ਸਕਿਆ, ਔਰ ਹੁਣ ਅਸੀਂ ਉਹ ਕਰਕੇ ਦਿਖਾਵਾਂਗੇ। ਔਰ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਲੋਕ ਹੁਣ ਕੀ ਤੈਅ ਕਰਦੇ ਨੇ, ਫਤਵਾ ਕਿਸ ਦੇ ਹੱਕ ਵਿੱਚ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਔਰ ਕੌਣ ਐਮਪੀ ਬਣਦਾ, ਔਰ ਸੰਗਰੂਰ ਦੇ ਮਸਲੇ ਕੌਣ ਉਠਾਉਂਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਸੰਗਰੂਰ।